प्यारे दर्शकों, एक बार फिर ਤੁਹਾਡੇ ਨਾਲ ਅਜੀਤ ਵੈਬ ਟੀਵੀ ਰਾਹੀਂ ਜੁੜ ਗਏ ਹਾਂ ਲੈ ਕੇ ਪ੍ਰੋਗਰਾਮ ਖਬਰਾਂ ਦੇ ਆਰ-ਪਾਰ। ਅੱਜ ਦੀਆਂ ਅਖਬਾਰਾਂ ਵਿੱਚ ਵੀ ਜਿਹੜਾ ਵਿਸ਼ੇਸ਼ ਤੌਰ 'ਤੇ ਕਿਸਾਨ ਅੰਦੋਲਨ ਜਿਹੜਾ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਉਹਦੀ ਹੀ ਚਰਚਾ ਹੈ ਵਧੇਰੇ। ਉਹਦੇ ਨਾਲ ਸੰਬੰਧਿਤ ਹੀ ਖਬਰਾਂ ਅਖਬਾਰਾਂ ਦੇ ਵਿੱਚ ਦੇਖਣ ਨੂੰ ਪੜ੍ਹਨ ਨੂੰ ਮਿਲ ਰਹੀਆਂ। ਪਿਛਲੇ ਦਿਨਾਂ 'ਚ ਇਸ ਸੰਬੰਧ ਵਿੱਚ ਜੋ ਕੁਝ ਵਾਪਰਿਆ ਉਹਦੇ ਉੱਤੇ ਵਿਸ਼ਲੇਸ਼ਣ ਹੋ ਰਿਹਾ, ਉਹਦੇ 'ਤੇ ਪ੍ਰਤੀਕਰਮ ਦਿੱਤੇ ਜਾ ਰਹੇ ਆ ਅਤੇ ਉਸ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਆਪਣੀ ਨੀਤੀ ਤੈਅ ਕਰ ਰਿਹਾ ਅਤੇ ਜਿਹੜੀ ਦਿੱਲੀ ਪੁਲਿਸ ਹੈ ਉਹਦੇ ਵੱਲੋਂ ਆਪਣੀਆਂ ਕਾਰਵਾਈਆਂ ਜਾਰੀ ਹੈ ਅਤੇ ਅੱਗੇ ਇਸ ਅੰਦੋਲਨ ਦੇ ਸੰਬੰਧ 'ਚ ਕੀ ਹੋਣ ਵਾਲਾ ਉਹਦੇ ਬਾਰੇ ਸੋਚਣ ਸਮਝਣ ਦੀ ਲੋੜ ਹੈ, ਉਹਦੇ ਬਾਰੇ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਅਤੇ ਸਾਰੀਆਂ ਧਿਰਾਂ ਨੂੰ ਕੋਈ ਅਜਿਹੇ ਯਤਨ ਕਰਨ ਦੀ ਲੋੜ ਹੈ ਜਿਹਦੇ ਨਾਲ ਇਹ ਬੇਹੱਦ ਹੀ ਨਾਜ਼ੁਕ ਅਤੇ ਗੁੰਝਲਦਾਰ ਅਤੇ ਵੱਡੇ ਮਸਲੇ ਦਾ ਕੋਈ ਹੱਲ ਲੱਭਿਆ ਜਾ ਸਕੇ। ਕਿਸਾਨ ਅੰਦੋਲਨ ਨਾਲ ਸੰਬੰਧਿਤ ਜੋ ਘਟਨਾਕ੍ਰਮ ਹੁਣ ਤੱਕ ਵਾਪਰਿਆ ਉਸ ਸੰਬੰਧ 'ਚ ਤੁਹਾਡੇ ਨਾਲ ਚਰਚਾ ਕਰ ਰਹੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਜਿਹੜੀ ਲਾਲ ਕਿਲ੍ਹੇ ਜਾਂ ਦਿੱਲੀ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਹੋਈ ਹੈ ਉਹਦੇ ਲਈ ਜਿਹੜੇ 37 ਕਿਸਾਨ ਲੀਡਰਾਂ 'ਤੇ ਕੇਸ ਦਰਜ ਕੀਤੇ ਗਏ ਆ ਔਰ ਜਿਹੜੇ ਕੇਸ ਦਰਜ ਕੀਤੇ ਗਏ ਆ ਉਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਲੀਡਰ ਹੈ ਸਰਵਣ ਸਿੰਘ ਪੰਧੇਰ ਅਤੇ ਸਤਨਾਮ ਸਿੰਘ ਪੰਨੂ ਉਹਨਾਂ ਉੱਪਰ ਵੀ ਕੇਸ ਦਰਜ ਕੀਤੇ ਗਏ ਆ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜੇ ਲਾਲ ਕਿਲ੍ਹੇ ਤੱਕ ਗਏ ਸੀਗੇ, ਜਿਹੜੇ ਦਿੱਲੀ ਦੇ ਅੰਦਰ ਦਾਖਲ ਹੋਏ ਸੀ, ਜਿਹੜੇ ਗੈਰ ਪ੍ਰਵਾਨਿਤ ਰੂਟ ਦੇ ਉੱਪਰ ਕਿਸਾਨਾਂ ਨੂੰ ਲੈ ਕੇ ਜਿਹੜੇ ਦਿੱਲੀ ਦੇ ਅੰਦਰ ਗਏ ਸੀਗੇ ਉਹਨਾਂ ਦੇ ਉੱਪਰ ਜਿਹਦੇ ਵਿੱਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦਾ ਨਾਂ ਵਿਸ਼ੇਸ਼ ਤੌਰ 'ਤੇ ਚਰਚਾ ਵਿੱਚ ਹੈ, ਉਹਨਾਂ ਉੱਪਰ ਵੀ ਜਿਹੜੇ ਆ ਉਹ ਕੇਸ ਦਰਜ ਕੀਤੇ ਗਏ ਆ। ਵੱਡੀ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਕਿਸਾਨ ਲੀਡਰ ਜਿਹੜੇ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਤੈਅਸ਼ੁਦਾ ਰੂਟ ਦੇ ਉੱਪਰ ਮਾਰਚ ਕੀਤਾ, ਪਰੇਡ ਕੀਤੀ ਹੈ, ਉਹਦੇ 'ਤੇ ਉਹਨਾਂ ਉੱਪਰ ਵੀ ਜਿਹੜੇ ਕੇਸ ਦਰਜ ਕਰ ਦਿੱਤੇ ਆ ਦਿੱਲੀ ਪੁਲਿਸ ਨੇ, ਜਿਹਦੇ ਵਿੱਚ ਜੋਗਿੰਦਰ ਯਾਦਵ ਦਾ ਨਾਂ ਵੀ ਸ਼ਾਮਲ ਹੈ, ਬਲਵੀਰ ਸਿੰਘ ਰਾਜੇਵਾਲ ਦਾ ਨਾਂ ਵੀ ਸ਼ਾਮਲ ਹੈ ਅਤੇ ਗੁਰਨਾਮ ਸਿੰਘ ਚੜੂਨੀ ਦਾ ਨਾਂ ਵੀ ਸ਼ਾਮਲ ਹੈ, ਡਾਕਟਰ ਦਰਸ਼ਨਪਾਲ ਦਾ ਨਾਂ ਵੀ ਸ਼ਾਮਲ ਹੈ, ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ ਵੀ ਸ਼ਾਮਲ ਹੈ ਅਤੇ ਕੁਲਵੰਤ ਸਿੰਘ ਸੰਧੂ ਦਾ ਨਾਂ ਵੀ ਸ਼ਾਮਲ ਹੈ। ਮਤਲਬ ਕਿਸੇ ਨੂੰ ਵੀ ਨਹੀਂ ਛੱਡਿਆ ਗਿਆ। ਦਿੱਲੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ, ਹਿੰਸਾ ਹੋਈ ਆ ਜਾਂ ਲਾਲ ਕਿਲ੍ਹੇ 'ਤੇ ਜੋ ਕੁਛ ਵਾਪਰਿਆ ਉਹਦੇ ਵਿੱਚ ਸਾਰੇ ਹੀ ਕਿਸਾਨ ਅੰਦੋਲਨ ਦੇ ਲੀਡਰਾਂ ਨੂੰ ਸਰਕਾਰ ਨੇ ਲਪੇਟਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈ। ਬਾਕੀ ਜੋ ਕੁਝ ਲਾਲ ਕਿਲ੍ਹੇ 'ਤੇ ਹੋਇਆ ਅਤੇ ਦਿੱਲੀ ਦੇ ਅੰਦਰ ਜਿਸ ਤਰ੍ਹਾਂ ਜੋ ਵੀ ਘਟਨਾਕ੍ਰਮ ਵਾਪਰਿਆ ਉਹਨੂੰ ਲੈ ਕੇ ਜਿਹੜਾ ਵਿਰੋਧੀ ਪਾਰਟੀਆਂ ਅਤੇ ਕਿਸਾਨ ਸੰਗਠਨਾਂ ਵੱਲੋਂ ਸਰਕਾਰ ਦੀ ਅਤੇ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਵੀ ਜਿਹੜੇ ਆ ਸਵਾਲ ਉਠਾਏ ਜਾ ਰਹੇ ਆ। ਕਿਸਾਨ ਲੀਡਰਾਂ ਵੱਲੋਂ ਇਹ ਸਪਸ਼ਟ ਰੂਪ 'ਚ ਕਿਹਾ ਜਾ ਰਿਹਾ ਕਿ ਜਿਹੜਾ ਜਦੋਂ 26 ਜਨਵਰੀ ਦਾ ਗਣਤੰਤਰ ਦਿਵਸ ਦਾ ਪਰੇਡ ਵਾਲਾ ਦਿਨ ਸੀਗਾ ਅਤੇ ਉਸ ਸਮੇਂ ਇਹ ਸਰਕਾਰ ਇਹ ਵੀ ਜਾਣਦੀ ਸੀ, ਦਿੱਲੀ ਪੁਲਿਸ ਜਾਣਦੀ ਸੀ ਕਿ ਕਿਸਾਨ ਜਿਹੜੇ ਆ ਇਹ ਜਿਹੜਾ ਇੱਕ ਟਰੈਕਟਰ ਪਰੇਡ ਕੱਢਣ ਵਾਲੇ ਆ, ਇਹਦੇ ਬਾਵਜੂਦ ਲਾਲ ਕਿਲ੍ਹੇ 'ਤੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਸੀਗੇ ਉਹ ਬਹੁਤ ਢਿੱਲੇ ਸੀਗੇ। ਥੋੜ੍ਹੀ ਜਿਹੀ ਪੁਲਿਸ ਤਾਇਨਾਤ ਸੀਗੀ, ਉਹ ਵੀ ਜਦੋਂ ਵੱਡੀ ਗਿਣਤੀ 'ਚ ਲੋਕ ਉੱਥੇ ਪਹੁੰਚ ਗਏ ਅਤੇ ਉਹ ਪੁਲਿਸ ਵੀ ਇੱਧਰ ਉੱਧਰ ਭੱਜਦੀ ਨਜ਼ਰ ਆਈ ਅਤੇ ਜਿਹੜੀ ਆ ਬੜੀ ਆਸਾਨੀ ਨਾਲ ਜਿਹੜੇ ਉੱਥੇ ਲੋਕ ਇਕੱਠੇ ਹੋਏ ਜਿੱਥੇ ਲਾਲ ਕਿਲ੍ਹੇ ਪਹੁੰਚੇ ਸੀਗੇ ਉਹ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋ ਗਏ। ਜਿਸ ਤਰ੍ਹਾਂ ਪੁਲਿਸ ਨੇ ਦੋਸ਼ ਲਾਇਆ ਉੱਥੇ ਕੁਛ ਭੰਨ ਤੋੜ ਵੀ ਕੀਤੀ ਗਈ ਹੈ ਅਤੇ ਉਹ ਤੋਂ ਬਾਅਦ ਜਿਹੜੇ ਆ ਉਹ ਇੱਕ ਕਿਸਾਨ ਅੰਦੋਲਨ ਦਾ ਇੱਕ ਜਿਹੜਾ ਧਾਰਮਿਕ ਝੰਡਾ ਵੀ ਉੱਥੇ ਚਲਾਇਆ ਗਿਆ ਅਤੇ ਇਹ ਸਾਰੇ ਸਿਲਸਿਲੇ ਦੇ ਸੰਬੰਧ 'ਚ ਕਿਸਾਨ ਲੀਡਰਾਂ ਦੇ ਦੋਸ਼ ਹੈ। ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਲੀਡਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਸਿੰਘੂ ਬਾਰਡਰ 'ਤੇ, ਉਹਦੇ 'ਚ ਦੋਸ਼ ਲਾਇਆ ਕਿ ਜਿਹੜਾ ਨਿਰਧਾਰਤ ਰੂਟ ਸੀਗਾ ਉਸ ਜਿਹੜੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਟਰੈਕਟਰ ਲੈ ਕੇ ਕਿਸਾਨ ਜਾ ਰਹੇ ਸੀ, ਨਿਰਧਾਰਤ ਰੂਟਾਂ 'ਤੇ ਚੱਲਣਾ ਚਾਹੁੰਦੇ ਸੀ, ਉਹਨਾਂ ਨੂੰ ਵੀ ਦਿੱਲੀ ਪੁਲਿਸ ਨੇ ਜਿਹੜਾ ਉਹਨਾਂ ਨੂੰ ਦਿੱਲੀ ਦੇ ਅੰਦਰ ਜਾਣ ਅਤੇ ਲਾਲ ਕਿਲ੍ਹੇ ਵੱਲ ਜਾਣ ਲਈ ਜਿਹੜਾ ਮਜਬੂਰ ਕੀਤਾ ਅਤੇ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਕਿਸਾਨ ਆ ਉਹ ਟਰੈਕਟਰ ਲੈ ਕੇ ਦਿੱਲੀ ਦੇ ਵਿੱਚ ਜਿਹੜਾ ਗੈਰ ਪ੍ਰਵਾਨਿਤ ਰੂਟ 'ਤੇ ਅੰਦਰ ਚਲੇ ਗਏ ਅਤੇ ਉੱਥੇ ਜਾ ਕੇ ਉਹ ਲਾਲ ਕਿਲ੍ਹੇ 'ਤੇ ਵੀ ਚਲੇ ਗਏ ਅਤੇ ਉਹਨਾਂ ਨੂੰ ਕਈਆਂ ਨੂੰ ਲਾਲ ਕਿਲ੍ਹੇ 'ਚ ਜੋ 2-4 ਘੰਟੇ ਘਟਨਾਕ੍ਰਮ ਵਾਪਰਿਆ ਉਹ ਤੋਂ ਬਾਅਦ ਕਈਆਂ ਨੂੰ ਉਹਨਾਂ ਰਾਹਾਂ ਦਾ ਹੀ ਨਹੀਂ ਪਤਾ ਸੀ, ਉਹਨਾਂ ਨੂੰ ਬਾਹਰ ਆਉਣ 'ਚ ਵੀ ਕਿਸਾਨਾਂ ਨੂੰ ਬੜੀ ਸਮੱਸਿਆ ਆਈ ਹੈਗੀ ਹੈ। ਅਤੇ ਉਹਦੇ 'ਚ ਸਵਾਲ ਉੱਠ ਰਹੇ ਆ ਕਿ ਦੇਸ਼ ਦਾ ਜਦੋਂ
ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ 26 ਜਨਵਰੀ ਨੂੰ, ਤਾਂ ਉਸ ਸਮੇਂ ਲਾਲ ਕਿਲੇ ਦੀ ਜਿਹੜੀ ਸੁਰੱਖਿਆ ਸੀ ਉਹ ਇੰਨੀ ਚੁਸਤ ਦਰੁਸਤ ਕਿਉਂ ਨਹੀਂ ਸੀਗੀ ਕਿ ਕਿੰਨੀ ਆਸਾਨੀ ਨਾਲ ਉੱਥੇ ਜੋ ਕੁਛ ਸਾਰਾ ਕੁਛ ਹੋਇਆ ਤੇ ਉਸ ਸਮੇਂ ਪੁਲਿਸ ਨੇ ਕਿਉਂ ਕਾਰਵਾਈ ਨਹੀਂ ਕੀਤੀ ਹੈਗੀ। ਵਿਰੋਧੀ ਪਾਰਟੀਆਂ ਵੀ ਤੇ ਕਿਸਾਨ ਸੰਗਠਨ ਵੀ ਇਹ ਦੋਸ਼ ਲਾ ਰਹੇ ਆ, ਗੰਭੀਰ ਦੋਸ਼ ਲਾ ਰਹੇ ਆ ਕਿ ਜਿਹੜੇ ਜਾਣ ਬੁੱਝ ਕੇ ਸਰਕਾਰ ਨੇ ਅੰਦੋਲਨ ਨੂੰ ਬਦਨਾਮ ਕਰਨ ਲਈ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਘੁਸਪੈਠ ਕਰ ਚੁੱਕੇ ਕੁਝ ਅਨਸਰਾਂ ਨਾਲ ਮਿਲੀ ਭੁਗਤ ਕਰਕੇ ਇਸ ਅੰਦੋਲਨ ਨੂੰ ਜਿਹੜਾ ਇਸ ਤਰ੍ਹਾਂ ਬਦਨਾਮ ਕਰਨ ਲਈ ਜਿਹੜਾ ਇਹ ਪ੍ਰੇਰਿਤ ਕੀਤਾ, ਕੁਝ ਲੋਕਾਂ ਨੂੰ ਲਾਲ ਕਿਲੇ 'ਤੇ ਜਾ ਕੇ ਤੇ ਉੱਥੇ ਝੰਡਾ ਚਲਾਉਣ ਲਈ, ਉੱਥੇ ਭੰਨ ਤੋੜ ਕਰਨ ਲਈ ਪ੍ਰੇਰਿਤ ਕੀਤਾ, ਤਾਂ ਕਿ ਇਹਨਾਂ ਘਟਨਾਵਾਂ ਨੂੰ ਫਿਰ ਉਭਾਰ ਕੇ ਸਾਰੇ ਕਿਸਾਨ ਅੰਦੋਲਨ 'ਤੇ ਕ੍ਰੈਕਡਾਊਨ ਕੀਤਾ ਜਾ ਸਕੇ ਅਤੇ ਸੁਰੱਖਿਆ ਦਲਾਂ ਤੋਂ ਕੇਸ ਦਰਜ ਕਰਵਾਏ ਜਾ ਸਕਣ, ਸਾਰੇ ਦੇਸ਼ 'ਚ ਜਿਹੜਾ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਅਤੇ ਦੂਜੇ ਪਾਸੇ ਪੁਲਿਸ ਇਹ ਦੋਸ਼ ਲਾ ਰਹੀ ਹੈ ਕਿ ਜਿਹੜਾ ਕਿਸਾਨਾਂ ਨਾਲ ਤੈਅ ਹੋਇਆ ਸੀ ਕਿ ਜਿਹੜਾ ਗਣਤੰਤਰ ਦਿਵਸ ਦੀ ਪਰੇਡ ਹੈ ਜਿਹੜੀ ਉਹ 12 ਵਜੇ ਤੱਕ ਸਮਾਪਤ ਹੋ ਜਾਏਗੀ ਅਤੇ ਉਹ ਤੋਂ ਬਾਅਦ ਜਿਹੜੀ ਆ ਕਿਸਾਨ ਆਪਣੀ ਟਰੈਕਟਰ ਪਰੇਡ ਸ਼ੁਰੂ ਕਰਨਗੇ ਅਤੇ ਬਕਾਇਦਾ ਰੂਟ ਜਿਹੜੀ ਆ ਪੁਲਿਸ ਕਹਿ ਰਹੀ ਹੈ ਕਿ ਅਸੀਂ ਤੈਅ ਕਰ ਦਿੱਤਾ ਸੀ, ਕਿਸਾਨਾਂ ਨਾਲ ਸਹਿਮਤੀ ਬਣੀ ਸੀ। ਕਿਸਾਨ ਜਿਹੜੇ ਆ ਉਸ ਰੂਟ ਦੇ ਉੱਪਰ ਚੱਲਣ ਦੇ ਪਾਬੰਦ ਨਹੀਂ ਰਹੇ। ਇੱਕ ਤਾਂ 12 ਵਜੇ ਤੋਂ ਪਹਿਲਾਂ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਸਿੰਘੂ ਬਾਰਡਰ ਤੋਂ 8 ਵਜੇ ਦੇ ਲਗਭਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨ, ਉਹਦੇ ਲੀਡਰ ਦੀਪ ਸਿੱਧੂ ਅਤੇ ਲੱਖਾ ਸਦਾਣਾ, ਇਹ ਲੋਕ ਜਿਹੜੇ ਆ ਜਿਹੜਾ ਨਾਕਾ ਤੋੜ ਕੇ ਜਿਹੜੇ ਆ ਉਹ ਦਿੱਲੀ ਦੇ ਅੰਦਰ ਦਾਖਲ ਹੋ ਗਏ ਅਤੇ ਲਾਲ ਕਿਲੇ ਤੱਕ ਪਹੁੰਚ ਗਏ। ਅਤੇ ਦੂਜੇ ਪਾਸੇ ਟਿਕਰੀ ਬਾਰਡਰ ਤੋਂ ਵੀ ਸਮੇਂ ਤੋਂ ਪਹਿਲਾਂ ਹੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਕਿਸਾਨਾਂ ਨੇ ਜਿਹੜੀ ਉਹ ਪਰੇਡ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਉਸ ਦਿਨ ਜਿਹੜਾ ਸੋਚਿਆ ਗਿਆ ਸੀ, ਜਿਸ ਤਰ੍ਹਾਂ ਜੋਗਿੰਦਰ ਯਾਦਵ ਅਤੇ ਹੋਰ ਕਿਸਾਨ ਲੀਡਰਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਜਿਹੜਾ ਟਰੈਕਟਰ ਮਾਰਚ ਹੈ ਸ਼ਾਂਤਮਈ ਰਹੇਗਾ, ਇਹਦੇ ਦੌਰਾਨ ਕੋਈ ਹਿੰਸਾ ਨਹੀਂ ਹੋਏਗੀ, ਇਹਦੇ ਨਾਲ ਤਿਰੰਗੇ ਝੰਡੇ ਦਾ ਜਿਹੜਾ ਮਾਣ ਸਨਮਾਨ ਹੋਰ ਉੱਚਾ ਹੋਏਗਾ, ਕਿਸਾਨ ਅਤੇ ਜਵਾਨ ਇਕੱਠੇ ਜਿਹੜੇ ਆ ਉਹ ਮਾਰਚ ਕਰਨਗੇ। ਜਿਸ ਤਰ੍ਹਾਂ ਸੋਚਿਆ ਗਿਆ ਸੀ ਉਸ ਤਰ੍ਹਾਂ ਨਹੀਂ ਹੋਇਆ। ਉਸ ਦਿਨ ਭਾਵੇਂ ਉਹਦੇ ਲਈ ਜ਼ਿਆਦਾ ਜ਼ਿੰਮੇਵਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਾਂ ਲੱਖਾ ਸਦਾਣਾ ਅਤੇ ਦੀਪ ਸਿੱਧੂ ਆ, ਜ਼ਿਆਦਾ ਜ਼ਿੰਮੇਵਾਰ ਇਹ ਆ ਕਿ ਇਹਨਾਂ ਨੇ 25 ਜਿਹੜੀ ਜਨਵਰੀ ਦੀ ਰਾਤ ਨੂੰ ਹੀ ਜਿਹੜਾ ਸਿੰਘੂ ਬਾਰਡਰ 'ਤੇ ਜਿਹੜੀ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ 'ਤੇ ਕਬਜ਼ਾ ਕਰਕੇ ਉੱਥੇ ਜਿਹੜਾ ਨੌਜਵਾਨਾਂ ਨੂੰ ਭੜਕਾਇਆ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਦਿੱਲੀ ਦੇ ਅੰਦਰ ਜਾਣ, ਅਤੇ ਪੁਲਿਸ ਵੱਲੋਂ ਤੈਅ ਕੀਤੇ ਗਏ ਜਿਹੜਾ ਰੂਟ ਹੈ ਉਹਦੇ ਉੱਪਰ ਜਾਣ ਦੀ ਥਾਂ 'ਤੇ ਸਿੱਧੇ ਦਿੱਲੀ ਦੇ ਅੰਦਰ ਦਾਖਲ ਹੋਣ, ਉਹਨਾਂ ਨੂੰ ਭੜਕਾਇਆ ਗਿਆ। ਇਹ ਗੱਲ ਵੀ ਸਾਰਿਆਂ ਦੇ ਸਾਹਮਣੇ ਆ। ਅਤੇ ਦੂਜਾ ਜਿਹੜਾ ਇਹਦੇ ਸਾਰੇ ਖੇਡ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸੰਬੰਧਿਤ ਜਿਹੜੇ ਲੀਡਰ ਹੈ ਅਤੇ ਉਹਨਾਂ ਦੇ ਜਿਹੜੇ ਕਿਸਾਨ ਸੰਗਠਨ ਸ਼ਾਮਲ ਲੋਕ ਆ, ਉਹਨਾਂ ਨੇ ਵੀ ਇਹਦਾ ਸਾਥ ਦਿੱਤਾ। ਅਤੇ ਇਸ ਕਰਕੇ ਇਹ ਜਿਹੜਾ ਦੂਜਾ ਜਿਹੜੀ ਪਰੇਡ ਸੀਗੀ, ਟਰੈਕਟਰ ਪਰੇਡ, ਜਿਸ ਤਰ੍ਹਾਂ ਸੋਚਿਆ ਸੀਗੀ ਆਨ ਸ਼ਾਨ ਨਾਲ ਹੋਵੇਗੀ ਅਤੇ ਇਹਦੇ ਨਾਲ ਕਿਸਾਨੀ ਜੀਵਨ ਨਾਲ ਸੰਬੰਧਿਤ ਔਕੜਾਂ ਬਾਰੇ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ, ਅਜਿਹਾ ਸਾਰਾ ਕੁਛ ਨਹੀਂ ਹੋਇਆ। ਜੋ ਇਹ ਟਰੈਕਟਰ ਪਰੇਡ ਨਾਲ ਕਿਸਾਨ ਸੰਗਠਨ ਸੰਯੁਕਤ ਕਿਸਾਨ ਮੋਰਚਾ ਜੋ ਦੇਸ਼ ਭਰ ਦੇ ਲੋਕਾਂ ਦਾ ਆਪਣੀਆਂ ਮੰਗਾਂ, ਆਪਣੇ ਮਸਲਿਆਂ ਵੱਲ ਧਿਆਨ ਖਿੱਚਣਾ ਚਾਹੁੰਦਾ ਸੀ ਅਤੇ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਸੀ, ਉਹ ਅਜਿਹਾ ਨਹੀਂ ਹੋ ਸਕਿਆ। ਸਗੋਂ ਹੋਇਆ ਇਹ ਹੈ ਕਿ ਇਹਦੇ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੋਇਆ। ਉਹਦੇ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਫੈਲੇ ਆ। ਸਰਕਾਰ ਅਤੇ ਗੋਦੀ ਮੀਡੀਆ ਜਿਹੜਾ ਪਿਛਲੇ ਲੰਮੇ ਸਮੇਂ ਤੋਂ, ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ ਕਰ ਰਿਹਾ ਸੀ, ਬਹੁਤ ਸਾਰਾ ਚਿੱਕੜ ਉਛਾਲਿਆ ਜਾ ਰਿਹਾ ਸੀਗਾ, ਜਿਹਦੇ 'ਚ ਵੀ ਇਹ ਖਾਲਿਸਤਾਨੀ ਇਹਦੇ 'ਚ ਸ਼ਾਮਲ ਹੋ ਗਏ, ਇਹਦੇ 'ਚ ਮਾਓਵਾਦੀ ਸ਼ਾਮਲ ਹੋ ਗਏ, ਇਹ 'ਚ ਨਕਸਲੀ ਸ਼ਾਮਲ ਹੋ ਗਏ, ਇਹਦੇ ਟੁਕੜੇ ਗੈਂਗ ਵਾਲੇ ਇਹਦੇ 'ਚ ਸ਼ਾਮਲ ਹੋ ਗਏ। ਜਿਹੜੇ ਇਸ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਸੀ ਇਹ ਦੂਜੇ ਵੱਲੋਂ, ਗੋਦੀ ਮੀਡੀਆ ਵੱਲੋਂ, ਅਤੇ ਜਿਹੜੇ ਭਾਜਪਾ ਦੇ ਮੰਤਰੀਆਂ ਵੱਲੋਂ ਜਾਂ ਹੋਰ ਜਿਹੜੇ ਕਿਸਾਨ ਵਿਰੋਧੀ ਆ ਉਹਨਾਂ ਵੱਲੋਂ ਜਿਹੜੇ ਦੋਸ਼ ਲਾਏ ਜਾ ਰਹੇ ਸੀ, ਉਹ ਕਿਸਾਨ ਅੰਦੋਲਨ ਪਰ ਉਹ ਦੋਸ਼ ਜਿਹੜੇ ਆ ਜੋ ਚਿੱਕੜ ਚਿਪਕ ਨਹੀਂ ਰਿਹਾ ਸੀਗਾ। ਪਰ ਜਦੋਂ 26 ਜਨਵਰੀ ਦਾ ਘਟਨਾਕ੍ਰਮ ਲਾਲ ਕਿਲੇ 'ਤੇ ਜੋ ਹੋਇਆ, ਉਹਦੇ ਨਾਲ ਇਹ ਦੋਸ਼ ਜਿਹੜੇ ਆ ਚਿਪਕਣੇ ਸ਼ੁਰੂ ਹੋ ਗਏ ਆ। ਅਤੇ ਕਿਸਾਨ ਅੰਦੋਲਨ ਇਸ ਵੇਲੇ ਇਸ ਤਰ੍ਹਾਂ ਦੀ ਸਥਿਤੀ 'ਚ ਪਹੁੰਚ ਗਿਆ ਕਿ ਉਹਦਾ ਤੋਂ ਬਹੁਤ ਸਾਰੇ ਲੋਕਾਂ ਦਾ ਮੋਹ ਭੰਗ ਹੋਇਆ। 2 ਕਿਸਾਨ ਜਥੇਬੰਦੀਆਂ ਜਿਹੜੀਆਂ ਇਹਨੂੰ ਛੱਡ ਕੇ ਉਹਨਾਂ ਨੇ ਆਪਣੇ ਆਪ ਨੂੰ ਅੰਦੋਲਨ ਤੋਂ ਵੱਖ ਕਰ ਲਿਆ। ਇੱਕ ਝਟਕਾ ਜਿਹੜਾ ਅੱਗੇ ਲੱਗਾ ਕਿਸਾਨ ਅੰਦੋਲਨ ਨੂੰ, ਉਹਦੀ ਸਥਿਤੀ ਕਮਜ਼ੋਰ ਹੋਈ ਹੈ। ਇਸ ਗੱਲ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਵੀ ਸਮਝਦੀ ਹੈ। ਇਸੇ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ 1 ਫਰਵਰੀ ਨੂੰ ਜਿਹੜਾ ਪਾਰਲੀਮੈਂਟ ਵੱਲ ਪੈਦਲ ਮਾਰਚ ਕਰਨ ਦਾ ਪ੍ਰੋਗਰਾਮ ਬਣਾਇਆ ਸੀ, ਉਹਨੂੰ ਉਹਨਾਂ ਨੇ ਰੱਦ ਕਰ ਦਿੱਤਾ।
ਭਾਵੇਂ ਕਿ ਜਿਹੜੀ ਇਹ 26 ਜਨਵਰੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਦਿੱਲੀ ਦੇ ਅੰਦਰ ਹਿੰਸਾ ਦੀਆਂ ਤੇ ਲਾਲ ਕਿਲ੍ਹੇ ਉੱਪਰ ਜੋ ਘਟਨਾਵਾਂ ਵਾਪਰੀਆਂ, ਸਿੱਧੇ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਲੀਡਰ ਤੇ ਉਹਨਾਂ ਦੇ ਸੰਗਠਨਾਂ ਨਾਲ ਸੰਬੰਧਿਤ ਕਿਸਾਨ ਜਿਹੜੇ ਇਹਦੇ ਲਈ ਜ਼ਿੰਮੇਵਾਰ ਨਹੀਂ ਸੀਗੇ, ਪਰ ਉਹਨਾਂ ਨੇ ਨੈਤਿਕ ਤੌਰ ਤੇ ਇਹ ਸਾਰੇ ਘਟਨਾਕ੍ਰਮ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਹ ਕਿਹਾ ਕਿ ਉਹ ਜਿਹੜੇ ਆ 30 ਜਨਵਰੀ ਨੂੰ ਜਿੱਦਣ ਮਹਾਤਮਾ ਗਾਂਧੀ ਦੀ ਜਯੰਤੀ ਹੁੰਦੀ ਹੈ, ਉਸ ਦਿਨ ਉਹ ਜਿਹੜਾ ਦੂਸਰਾ ਸ਼ਹੀਦੀ ਦਿਨ ਹੁੰਦਾ ਮਹਾਤਮਾ ਗਾਂਧੀ ਦਾ, ਉਸ ਦਿਨ ਜਿਹੜਾ ਉਹ ਪਛਤਾਪ ਦੀ ਤਰ੍ਹਾਂ ਸਾਰੇ ਦੇਸ਼ ਵਿੱਚ ਭੁੱਖ ਹੜਤਾਲ ਕਰਨਗੇ, ਮੀਟਿੰਗਾਂ ਕਰਨਗੇ ਅਤੇ ਜੋ ਕੁਝ ਹੋਇਆ ਉਹਦੇ ਉੱਪਰ ਜਿਹੜਾ ਉਹਦਾ ਵਿਸ਼ਲੇਸ਼ਣ ਕਰਨਗੇ ਅਤੇ ਅੱਗੇ ਕਿਸਾਨ ਅੰਦੋਲਨ ਨੂੰ ਕਿਵੇਂ ਨਵੀਂ ਸੇਧ ਦੇਣੀ ਹੈ, ਕਿੱਦਾਂ ਇਹਨੂੰ ਪ੍ਰਭਾਵੀ ਬਣਾਉਣਾ, ਕਿੱਦਾਂ ਲੋਕਾਂ ਦਾ ਜਿਹੜਾ ਇਹ ਤੋਂ ਕੁਝ ਲੋਕਾਂ ਦਾ ਵਿਸ਼ਵਾਸ ਡੋਲਿਆ ਉਹਨੂੰ ਕਿਵੇਂ ਬਹਾਲ ਕਰਨਾ, ਇਹਦੇ ਬਾਰੇ ਵੀ ਉਸ ਦਿਨ ਵਿਚਾਰ ਚਰਚਾ ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ 'ਤੇ ਦੇਸ਼ ਭਰ 'ਚ ਹੋਏਗੀ। ਅਤੇ ਸਮੁੱਚੇ ਤੌਰ 'ਤੇ ਇੱਕ ਇਹ ਵੀ ਗੱਲ ਦੇਖਣ ਨੂੰ ਮਿਲੀ ਹੈ ਕਿ ਰਾਜਨੀਤਿਕ ਪਾਰਟੀਆਂ ਜਿਹੜੀ ਇੱਕ CPM ਦਾ ਬਿਆਨ ਆਇਆ, ਉਹਨਾਂ ਨੇ ਵੀ ਇਹ ਦੋਸ਼ ਲਾਏ ਆ ਕਿ ਜਿਹੜਾ ਕਿ ਸਰਕਾਰ ਨੇ ਆਪਣੇ ਏਜੰਟਾਂ ਰਾਹੀਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਜਿਹੜੇ ਘਟਨਾਵਾਂ ਕਰਵਾਈਆਂ, ਪਰ ਇਹਦੇ ਨਾਲ ਕਿਸਾਨ ਅੰਦੋਲਨ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ। ਇਸੇ ਹੀ ਸਮੇਂ ਦੌਰਾਨ ਕਾਂਗਰਸ ਦੇ ਸਾਬਕ ਪ੍ਰਧਾਨ ਅਤੇ ਮੌਜੂਦਾ ਜਨਰਲ ਸੈਕਟਰੀ ਰਾਹੁਲ ਗਾਂਧੀ ਦਾ ਵੀ ਬਿਆਨ ਆਇਆ। ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜਾ ਸਰਕਾਰ ਨੂੰ ਜਿਹੜੇ 3 ਖੇਤੀ ਸੰਬੰਧੀ ਕਾਨੂੰਨ ਆ ਜਿਨ੍ਹਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਆ, ਉਹਨਾਂ ਨੂੰ ਬਿਨਾਂ ਦੇਰੀ ਜਿਹੜਾ ਆ ਵਾਪਸ ਲੈ ਲੈਣਾ ਚਾਹੀਦਾ। ਸੋ ਇਸ ਤਰ੍ਹਾਂ ਦੀ ਸਥਿਤੀ ਕਿਸਾਨ ਅੰਦੋਲਨ ਨੂੰ ਲੈ ਕੇ ਬਣੀ ਹੋਈ ਹੈ। ਇੱਕ ਪੱਤਰਕਾਰ ਦੇ ਤੌਰ 'ਤੇ, ਇੱਕ ਵਿਸ਼ਲੇਸ਼ਕ ਦੇ ਤੌਰ 'ਤੇ ਮੈਂ ਸਮਝਦਾ ਕਿ ਜਿਹੜੀ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਆ, ਸੰਯੁਕਤ ਕਿਸਾਨ ਮੋਰਚਾ ਆ, ਉਹਨੂੰ ਪਿੱਛੇ ਹੁਣ ਤੱਕ ਜਿਸ ਤਰ੍ਹਾਂ 5-6 ਮਹੀਨੇ ਤੋਂ ਸੰਘਰਸ਼ ਚੱਲਿਆ, ਉਹਦੇ ਵਿੱਚ ਕੀ ਚੰਗਾ ਹੋਇਆ, ਕੀ ਮਾੜਾ ਹੋਇਆ, ਕੀ ਉਹਦੀਆਂ ਪ੍ਰਾਪਤੀਆਂ ਹੋਈਆਂ, ਕੀ ਨੁਕਸਾਨ ਹੋਇਆ, ਖਾਸ ਕਰਕੇ 26 ਜਨਵਰੀ ਦੇ ਘਟਨਾਕ੍ਰਮ ਦੇ ਨਾਲ ਅੰਦੋਲਨ 'ਤੇ ਕੀ ਪ੍ਰਭਾਵ ਪਿਆ, ਦੇਸ਼ ਵਿੱਚ ਉਸ ਦਾ ਕਿਸ ਤਰ੍ਹਾਂ ਦਾ ਅਕਸ ਬਣਿਆ, ਵਿਦੇਸ਼ਾਂ ਵਿੱਚ ਕੀ ਪ੍ਰਭਾਵ ਗਿਆ, ਇਹਨਾਂ ਸਾਰੇ ਪਹਿਲੂਆਂ ਦਾ ਉਹਨਾਂ ਨੂੰ ਖੁੱਲ੍ਹੇ ਮਨ ਨਾਲ ਵਿਸ਼ਲੇਸ਼ਣ ਕਰਨਾ ਚਾਹੀਦਾ ਅਤੇ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਪਬਲਿਕ ਤੌਰ 'ਤੇ ਉਹਨਾਂ ਨੂੰ ਮੰਨਣਾ ਚਾਹੀਦਾ ਅਤੇ ਲੋਕਾਂ ਦਾ ਖਾਸ ਕਰਕੇ ਜਿਹੜੇ ਕਿਸਾਨ ਭਾਈਚਾਰਾ ਦੇਸ਼ ਭਰ ਦਾ, ਉਹਦਾ ਵਿਸ਼ਵਾਸ ਜਿਹੜਾ ਹੋਰ ਜਿਹੜਾ ਮਜ਼ਬੂਤ ਕਰਨ ਲਈ, ਉਹਨਾਂ ਨੂੰ ਹੋਰ ਵਧੇਰੇ ਕਿਸਾਨ ਸੰਗਠਨ ਨਾਲ ਅਤੇ ਕਿਸਾਨ ਅੰਦੋਲਨ ਨਾਲ ਜੋੜਨ ਲਈ ਉਹਨਾਂ ਨੂੰ ਨਵਾਂ ਜਿਹੜਾ ਉਹ ਪ੍ਰੋਗਰਾਮ ਦੇਣਾ ਚਾਹੀਦਾ। ਫੌਰੀ ਤੌਰ 'ਤੇ ਜਿਹੜੇ ਉਹਨਾਂ ਨੇ 1 ਫਰਵਰੀ ਦਾ ਜਿਹੜਾ ਪਾਰਲੀਮੈਂਟ ਵੱਲ ਮਾਰਚ ਆ ਉਹਨੂੰ ਰੱਦ ਕੀਤਾ, 30 ਜਨਵਰੀ ਨੂੰ ਇੱਕ ਕਿਸਮ ਦਾ ਪਛਤਾਪ ਦਿਵਸ ਮਨਾਉਣ ਦਾ ਫੈਸਲਾ ਕੀਤਾ। ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਇਹਨਾਂ ਕਦਮਾਂ ਨੂੰ ਚੰਗਾ ਸਮਝਦਾ, ਪਰ ਨਾਲ ਮੈਂ ਇਹ ਵੀ ਮਹਿਸੂਸ ਕਰਦਾ ਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਆ, ਉਹਨੂੰ ਜਿਹੜਾ ਸਖਤ ਰੁਖ ਇੰਨਾ ਜ਼ਿਆਦਾ ਨਹੀਂ ਅਪਣਾਉਣਾ ਚਾਹੀਦਾ ਕਿ ਅਸੀਂ ਕਾਨੂੰਨ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਹੈਗੇ। ਉਹਦੇ ਵਿੱਚ ਜਿਹੜੇ ਆਪਣੀਆਂ ਜੋ ਮਹੱਤਵਪੂਰਨ ਸੋਧਾਂ ਇਹਨਾਂ ਕਾਨੂੰਨਾਂ ਵਿੱਚ ਕਰਵਾਉਣਾ ਚਾਹੁੰਦੇ ਆ, ਉਹਨਾਂ ਬਾਰੇ ਉਹਨਾਂ ਨੂੰ ਸਰਕਾਰ ਨਾਲ ਮੁੜ ਤੋਂ ਗੱਲ ਕਰਨੀ ਚਾਹੀਦੀ ਆ। ਖਾਸ ਕਰਕੇ 2-3 ਚੀਜ਼ਾਂ ਜਿਹੜੀਆਂ ਬੇਹੱਦ ਕਰਨ ਦੀ ਲੋੜ ਹੈ। ਇੱਕ ਤਾਂ ਜਿਸ ਤਰ੍ਹਾਂ ਹਰਿਆਣਾ, ਪੰਜਾਬ ਅਤੇ ਪੱਛਮੀ ਯੂਪੀ ਵਿੱਚ ਸਰਕਾਰੀ ਮੰਡੀਆਂ ਅਤੇ ਜਿਹੜੀ ਸਰਕਾਰੀ ਅਤੇ ਗੈਰ ਸਰਕਾਰੀ ਸਾਰੇ ਖਰੀਦਦਾਰ ਸਮਰਥਨ ਮੁੱਲ ਦੇ ਉੱਪਰ ਇਹਨਾਂ ਮੰਡੀਆਂ ਤੋਂ ਹੀ ਖਰੀਦ ਕਰਦੇ ਆ, ਜਿਹੜੀ ਆ ਕਣਕ, ਖਾਸ ਕਰਕੇ ਕਣਕ ਝੋਨੇ ਦੀ। ਇਸੇ ਹੀ ਤਰ੍ਹਾਂ ਜਿਹੜੀ ਆ 23 ਜਿਹੜੀਆਂ ਫਸਲਾਂ ਜਿਨ੍ਹਾਂ ਦਾ ਸਮਰਥਨ ਮੁੱਲ ਐਲਾਨਿਆ ਜਾਂਦਾ, ਉਹ ਸਾਰੀਆਂ 23 ਫਸਲਾਂ ਦੀ ਖਰੀਦ ਜਿਹੜੀ ਆ ਇਹਨਾਂ ਸਰਕਾਰੀ ਮੰਡੀਆਂ ਦੇ ਉੱਪਰ ਹੋਣੀ ਚਾਹੀਦੀ ਆ। ਗੈਰ ਸਰਕਾਰੀ ਮੰਡੀਆਂ ਜਿਹੜੀਆਂ ਉਹ ਬਣਨੀਆਂ ਨਹੀਂ ਚਾਹੀਦੀਆਂ, ਕਿਉਂਕਿ ਉੱਥੇ ਜੇ ਕਿਸਾਨਾਂ ਨਾਲ ਕੋਈ ਜ਼ਿਆਦਤੀ ਹੁੰਦੀ ਆ, ਜੇ ਘੱਟ ਤੁਲਾਈ ਦੇ ਮਸਲੇ ਪੈਦਾ ਹੁੰਦੇ ਆ, ਜੇ ਜਿਹੜਾ ਕਣਕ ਝੋਨਾ ਜਾਂ ਹੋਰ ਜਿਹੜੇ ਖੇਤੀ ਜਿਣਸ ਆ ਉਹਨਾਂ ਦੇ ਮਿਆਰ ਦੀ ਗੱਲ ਹੁੰਦੀ ਆ, ਉਹਨਾਂ ਦੀ ਕੁਆਲਿਟੀ ਦੀ ਗੱਲ ਹੁੰਦੀ ਆ, ਉਹਦੇ ਸੰਬੰਧੀ ਕੋਈ ਵਿਵਾਦ ਹੁੰਦੇ ਆ ਜਾਂ ਲੈਣ ਦੇਣ ਦੇ ਕੋਈ ਝਗੜੇ ਹੁੰਦੇ ਆ, ਇਹਨਾਂ ਨੂੰ ਨਿਪਟਾਉਣ ਲਈ ਉੱਥੇ ਜਿਹੜੇ ਆ ਸਰਕਾਰ ਦੇ ਰਾਜ ਸਰਕਾਰਾਂ ਦੇ ਮੰਡੀਕਰਨ ਬੋਰਡ ਉੱਥੇ ਜਾਂ ਉਹਨਾਂ ਦੇ ਅਧਿਕਾਰੀ ਉੱਥੇ ਮੌਜੂਦ ਨਹੀਂ ਹੋਣਗੇ। ਇਹਦੇ ਨਾਲ ਜਿਹੜੇ ਆ ਕਿਸਾਨਾਂ ਦਾ ਸ਼ੋਸ਼ਣ ਹੋਣ ਦਾ ਡਰ ਆ। ਕਿਸਾਨਾਂ ਨੂੰ ਜਿਹੜੇ ਵੱਡੇ ਕਾਰਪੋਰੇਟ ਅਦਾਰੇ ਅਤੇ ਨਿੱਜੀ ਵਪਾਰੀਆਂ ਵੱਲੋਂ ਲੁੱਟੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਜਿੱਥੇ ਵੀ ਸਰਕਾਰੀ ਮੰਡੀਆਂ ਇਸ ਵੇਲੇ ਨਹੀਂ ਹੈਗੀਆਂ, ਮੱਧ ਪ੍ਰਦੇਸ਼ ਹੈ, ਬਿਹਾਰ ਹੈ, ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਵਾਪਰਦੀਆਂ। ਕੰਪਨੀਆਂ ਨੇ ਕਿਸਾਨਾਂ ਨਾਲ ਕੰਟਰੈਕਟ ਕੀਤੇ ਫਸਲਾਂ ਖਰੀਦਣ ਦੇ ਅਤੇ ਉਹ ਤੋਂ ਬਾਅਦ ਕੰਪਨੀਆਂ ਭੱਜ ਗਈਆਂ, ਉਹਨਾਂ ਨੇ ਖਰੀਦਿਆ ਨਹੀਂ। ਇਸ ਤੋਂ ਇਲਾਵਾ ਜਿਹੜੀਆਂ ਜਿੱਥੇ ਸਰਕਾਰੀ ਮੰਡੀਆਂ ਨਹੀਂ ਹੈਗੀਆਂ, ਸਮਰਥਨ ਮੁੱਲ ਪਰ ਖਰੀਦ ਨਹੀਂ ਹੁੰਦੀ, ਜਿਨ੍ਹਾਂ ਰਾਜਾਂ 'ਚ ਲਗਭਗ ਦੇਸ਼ 'ਚ 12% ਜਿਹੜੀ ਕਿਸਾਨਾਂ ਦੀ ਫਸਲ ਹੈ
ਉਹ ਸਮਰਥਨ ਮੁੱਲ ਤੇ ਖਰੀਦੀ ਜਾਂਦੀ ਹੈ। ਬਾਕੀ ਜਿਹੜੀ ਫਸਲ ਆ ਉਹ ਨਿੱਜੀ ਵਪਾਰੀਆਂ ਵੱਲੋਂ ਖਰੀਦੀ ਜਾਂਦੀ ਹੈ ਦੇਸ਼ ਭਰ ਵਿੱਚ, ਤੇ ਉਹ ਜਿਹੜੀ ਆ ਸਮਰਥਨ ਮੁੱਲ ਤੋਂ ਕਣਕ ਝੋਨਾ ਜਿਹੜਾ ਹੈਗਾ ਜਾਂ ਹੋਰ ਫਸਲਾਂ ਹੋਣ, ਉਹ ਸਮਰਥਨ ਮੁੱਲ ਤੋਂ 500-600 ਰੁਪਏ ਕੁਇੰਟਲ ਜਿਹੜੀ ਆ ਘੱਟ ਮੁੱਲ ਤੇ ਖਰੀਦੀ ਜਾਂਦੀ ਹੈ। ਤੇ ਕਿਸਾਨਾਂ ਦੀ ਦੇਸ਼ ਭਰ ਵਿੱਚ ਇਸੇ ਕਰਕੇ, ਕਿਉਂਕਿ ਖੇਤੀ ਜਿਣਸਾਂ ਲਈ ਦੇ ਉਤਪਾਦਨ ਲਈ ਜਿਹੜਾ ਡੀਜ਼ਲ, ਖਾਦ, ਕੀਟਨਾਸ਼ਕ, ਨਦੀਨਨਾਸ਼ਕ ਜਾਂ ਹੋਰ ਜਿਹੜੀ ਮਸ਼ੀਨਰੀ ਦੀ ਲੋੜ ਪੈਂਦੀ ਹੈ, ਇਹ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਦਹਾਕਿਆਂ ਤੋਂ ਵੱਧਦੀਆਂ ਆ ਰਹੀਆਂ, ਤੇ ਕਿਸਾਨਾਂ ਨੂੰ ਜਿਹੜੇ ਭਾਅ ਸਮਰਥਨ ਮੁੱਲ ਦਿੱਤੇ ਵੀ ਜਾਂਦੇ ਰਹੇ ਆ, ਉਹਨਾਂ ਦੀਆਂ ਲਾਗਤਾਂ ਪੂਰੀਆਂ ਨਹੀਂ ਕਰਦੇ ਰਹੇ। ਜਿਹੜੇ ਲੰਮੇ ਸਮੇਂ ਤੱਕ ਸਰਕਾਰਾਂ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ, ਜਦੋਂ ਲਾਗੂ ਵੀ ਕੀਤੀ ਬੀਜੇਪੀ ਨੇ ਤੇ ਉਹ ਵੀ ਮੋਦੀ ਸਰਕਾਰ ਨੇ, ਤੇ ਉਹ ਵੀ ਪੂਰੀ ਤਰ੍ਹਾਂ ਨਹੀਂ, ਅੱਧੀ ਅਧੂਰੀ ਲਾਗੂ ਕੀਤੀ, ਜਿਹਦੇ 'ਚ ਉਹਨਾਂ ਦੀਆਂ ਸਾਰੀਆਂ ਲਾਗਤਾਂ ਨਹੀਂ ਗਿਣੀਆਂ ਗਈਆਂ। ਤੇ ਇਸ ਕਰਕੇ ਕਿਸਾਨ ਤਾਂ ਪਹਿਲਾਂ ਸਮਰਥਨ ਮੁੱਲਾਂ ਦੀ ਜੋ ਨੀਤੀ ਚੱਲ ਰਹੀ ਹੈ ਉਹ ਤੋਂ ਹੀ ਸੰਤੁਸ਼ਟ ਨਹੀਂ ਸੀਗੇ। ਉਲਟਾ ਜਿਹੜਾ ਸਰਕਾਰ ਨੇ ਜੋ ਕੁਝ ਸਰਕਾਰੀ ਮੰਡੀਆਂ ਜਾਂ ਸਮਰਥਨ ਮੁੱਲ ਨਾਲ ਕਿਸਾਨ ਪ੍ਰਾਪਤ ਕਰ ਰਹੇ ਸੀ, ਉਹਦੇ ਬਾਰੇ ਵੀ ਅਨਿਸ਼ਚਿਤਤਾ ਜਿਹੜੀ ਹੈ ਇਹ ਪੈਦਾ ਕਰ ਦਿੱਤੀ ਹੈ। ਜਿਹੜੀ ਸਰਕਾਰ ਨੂੰ ਲੋੜ ਤਾਂ ਇਹ ਸੀ ਕਿ ਦਿਨੋਂ ਦਿਨ ਜਿਹੜੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੱਧ ਰਹੀਆਂ, 1997 ਤੋਂ ਲੈ ਕੇ ਲਗਭਗ 4 ਲੱਖ ਦੇ ਲਗਭਗ ਕਿਸਾਨ ਜਿਹੜੇ ਆ ਖੁਦਕੁਸ਼ੀਆਂ ਕਰ ਚੁੱਕੇ ਆ। ਤੇ ਅੱਜ ਵੀ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਉਹਦੇ 'ਚ ਪੰਜਾਬ 'ਚ ਵੀ ਕਿਹਾ ਜਾ ਰਿਹਾ ਕਿ ਔਸਤਨ ਜਿਹੜੇ ਆ ਹਰ ਕਿਸਾਨ 10 ਲੱਖ ਦੇ ਕਰਜ਼ੇ ਦਾ ਜਿਹੜਾ ਉਹ ਕਰਜ਼ਈ ਆ। ਤੇ ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਅੱਜ ਦੀਆਂ ਅਖਬਾਰਾਂ ਵਿੱਚ ਵੀ ਜਿਹੜੀਆਂ ਖਬਰਾਂ ਛਪੀਆਂ, ਉਹਦੇ 'ਚ ਮਾਲਵਾਲਾ ਬਠਿੰਡਾ ਦੇ ਬਲਜੀਤ ਸਿੰਘ ਨੇ ਜਿਹੜਾ ਉਹ ਖੁਦਕੁਸ਼ੀ ਕਰ ਲਈ ਹੈ, ਕਰਜ਼ੇ ਦੇ ਜਾਲ ਵਿੱਚ ਫਸਿਆ ਹੋਇਆ ਸੀ, ਮਾਨਸਿਕ ਤੌਰ 'ਤੇ ਪਰੇਸ਼ਾਨ ਸੀਗਾ, 7 ਲੱਖ ਦਾ ਉਹਦੇ ਸਿਰ ਕਰਜ਼ਾ ਸੀਗਾ। ਤੇ ਅੱਜ ਦੀਆਂ ਅਖਬਾਰਾਂ ਵਿੱਚ ਹੀ ਇੱਕ ਹੋਰ ਖਬਰ ਹੈ ਕਿ ਅਮਰੀਕ ਸਿੰਘ ਜਿਹੜਾ ਪਿੰਡ ਕਹਿਰੇ ਦਾ ਵਸਨੀਕ ਸੀਗਾ ਤੇ ਉਹਦੇ ਸਿਰ 10 ਲੱਖ ਦਾ ਕਰਜ਼ਾ ਸੀਗਾ, ਉਹ ਵੀ ਖੁਦਕੁਸ਼ੀ ਕਰ ਗਿਆ। ਤੇ ਇਸ ਸਦਮੇ ਨੂੰ ਨਾ ਸਹਾਰਦੀ ਹੋਈ ਉਹਦੀ ਦਾਦੀ ਮਨਜੀਤ ਕੌਰ ਨੇ ਵੀ ਜਿਹੜੀ ਹੈ ਉਹਦੀ ਵੀ ਮੌਤ ਹੋ ਗਈ ਹੈ। ਸੋ ਇਸ ਤਰ੍ਹਾਂ ਦੀਆਂ ਇਹ ਖਬਰਾਂ ਸਿਰਫ ਪੰਜਾਬ ਦੀਆਂ ਨਹੀਂ ਹੈਗੀਆਂ ਜਾਂ ਪੰਜਾਬ ਦੇ 1-2 ਜ਼ਿਲ੍ਹਿਆਂ ਦੀਆਂ ਖਬਰਾਂ ਨਹੀਂ ਹੈਗੀਆਂ, ਦੇਸ਼ ਭਰ ਤੋਂ ਜਿਹੜੀਆਂ ਕਿਸਾਨਾਂ ਤੇ ਦਿਹਾਤੀ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆਉਣੀਆਂ, ਜਾਂ ਉਹਨਾਂ ਦੇ ਕਰਜ਼ੇ ਵਿੱਚ ਫਸੇ ਹੋਣ ਦੀਆਂ ਖਬਰਾਂ ਆਉਣੀਆਂ, ਜਾਂ ਉਹਨਾਂ ਨੂੰ ਜਿਹੜਾ ਨਿੱਜੀ ਵਪਾਰੀਆਂ ਉਹਨਾਂ ਨੂੰ ਲੁੱਟੇ ਪੁੱਟੇ ਜਾਣ ਦੀਆਂ ਖਬਰਾਂ ਆਉਣੀਆਂ। ਤੇ ਦਹਾਕਿਆਂ ਤੋਂ ਕਿ ਜਿਹੜੀ ਖੇਤੀ ਤੇ ਕਿਸਾਨ ਬੜੇ ਗੰਭੀਰ ਸੰਕਟ ਵਿੱਚ ਹੈਗੇ ਆ, ਤੇ ਇਸੇ ਹੀ ਕਰਕੇ ਕਿਸਾਨ ਬਹੁਤ ਸ਼ਿੱਦਤ ਨਾਲ ਇਸ ਅੰਦੋਲਨ ਵਿੱਚ ਸ਼ਾਮਲ ਕਰ ਰਹੇ ਆ। ਸੋ ਹੁਣ ਸਰਕਾਰ ਨੂੰ ਜਿਹੜਾ ਇਹ ਨਹੀਂ ਸਮਝਣਾ ਚਾਹੀਦਾ ਕਿ ਲਾਲ ਕਿਲ੍ਹੇ 'ਤੇ ਕੁਛ ਭੰਨ ਤੋੜ ਹੋ ਗਈ ਆ, ਲਾਲ ਕਿਲ੍ਹੇ ਉੱਪਰ ਕੁਝ ਝੰਡੇ ਚਲਾ ਦਿੱਤੇ ਗਏ ਆ, ਇਹਦੇ ਨਾਲ ਕਿਸਾਨ ਅੰਦੋਲਨ ਖਾਰਜ ਹੋ ਗਿਆ। ਹੁਣ ਸਰਕਾਰ ਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈਗੀ। ਖੇਤੀ ਕਾਨੂੰਨਾਂ ਸੰਬੰਧੀ ਕਿਸਾਨਾਂ ਨਾਲ ਮੁੜ ਕੇ ਵਾਰਤਾ ਕਰਕੇ ਜਾਂ ਉਹਨਾਂ ਨੇ ਜਿਹੜੀਆਂ ਸੋਧਾਂ ਸਧਾਈਆਂ ਉਹਨਾਂ 'ਤੇ ਅਮਲ ਕਰਨ ਦੀ ਲੋੜ ਨਹੀਂ, ਜਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਲੋੜ ਨਹੀਂ, ਜਾਂ ਕਿਸਾਨਾਂ ਨਾਲ ਸਾਂਝੀ ਕਮੇਟੀ ਬਣਾ ਕੇ ਇਹਨਾਂ ਕਾਨੂੰਨਾਂ ਦੀ ਪੜਚੋਲ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਜਾਂ ਇਸ ਤਰ੍ਹਾਂ ਦੀ ਸਮਝ ਜੇ ਕਿਸਾਨ ਜੋ ਸਰਕਾਰ ਜਿਹੜੀ ਆ ਜੇ ਉਹ ਅਪਣਾਉਂਦੀ ਆ ਤਾਂ ਉਹਦੇ ਨਾਲ ਇਹ ਮਸਲਾ ਹੋਰ ਗੰਭੀਰ ਹੋਏਗਾ। ਅੰਦੋਲਨ ਭਾਵੇਂ ਹਾਲ ਦੀ ਘੜੀ ਕਿਸਾਨ ਜਿਹੜਾ ਸਰਕਾਰ ਨੂੰ ਕਮਜ਼ੋਰ ਹੋਇਆ ਲੱਗੇ, ਪਰ ਸਮਾਂ ਪਾ ਕੇ ਇਹ ਅੰਦੋਲਨ ਮੁੜ ਕੇ ਮਜ਼ਬੂਤ ਹੋ ਜਾਏਗਾ। ਕਾਰਨ ਇਹ ਆ ਕਿ ਜਿਹੜੀਆਂ ਖੇਤੀ ਦਾ ਸੰਕਟ ਬੜਾ ਗੰਭੀਰ ਆ, ਜਿਹੜੀਆਂ ਹੇਠਲੇ ਪੱਧਰ ਦੀਆਂ ਹਕੀਕਤਾਂ ਉਹ ਪਹਿਲਾਂ ਦੀ ਤਰ੍ਹਾਂ ਬਣੀਆਂ ਹੋਈਆਂ, ਜਿਨ੍ਹਾਂ ਕਾਰਨਾਂ ਕਰਕੇ ਕਿਸਾਨ ਇੰਨੀ ਸ਼ਿੱਦਤ ਨਾਲ ਤੇ ਆਪਣਾ ਧਨ ਲਾ ਕੇ ਇਸ ਅੰਦੋਲਨ ਨਾਲ ਜੁੜੇ ਆ ਤੇ ਵੱਡੀਆਂ ਕੁਰਬਾਨੀਆਂ ਕੀਤੀਆਂ। ਜਿਹੜੇ 121 ਦੇ ਲਗਭਗ ਕਿਸਾਨ ਆ ਇਸ ਅੰਦੋਲਨ ਦੌਰਾਨ ਸ਼ਹੀਦੀਆਂ ਪਾ ਚੁੱਕੇ ਆ। ਇਹ ਸਾਰੀਆਂ ਹਕੀਕਤਾਂ ਇਹ ਦਰਸਾਉਣ ਲਈ ਕਾਫੀ ਆ ਕਿ ਖੇਤੀ ਤੇ ਕਿਸਾਨ ਬਹੁਤ ਵੱਡੇ ਗੰਭੀਰ ਸੰਕਟ ਵਿੱਚ ਆ। ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵੀ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ ਤੇ ਸਰਕਾਰ ਨੂੰ ਵੀ ਮੁੜ ਤੋਂ ਜਿਹੜੀ ਆ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਕਿਸੇ ਮੁਨਾਸਬ ਸਮਝੌਤੇ ਤੇ ਪਹੁੰਚਣ ਲਈ ਯਤਨ ਕਰਨੇ ਚਾਹੀਦੇ ਆ। ਇਹਨਾਂ ਸ਼ਬਦਾਂ ਨਾਲ ਹੀ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ। ਕੱਲ੍ਹ ਫੇਰ ਜਿਹੜਾ ਖਬਰਾਂ ਦੇ ਆਰ-ਪਾਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸ਼ੁਕਰੀਆ, ਧੰਨਵਾਦ। ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ
ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।